ਮੀਆਂ ਵਈ ਸਾਹਿਬ ਬਹੁਤ ਸ਼ੁਕਰੀਆ ਵਕਤ ਦੇਣ ਦਾ। ਵੈਸੇ ਤੇ ਬਾਕੀ ਦੁਨੀਆ ਦੇ ਵਿੱਚ ਵੀ ਸਿਆਸਤਦਾਨਾਂ ਤੇ ਬਹੁਤ ਤਨਕੀਦ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਕੁਝ ਜ਼ਿਆਦਾ ਹੀ ਹੁੰਦੀ ਹੈ। ਤੁਹਾਡਾ ਸਿਆਸਤ ਦੇ ਵਿੱਚ ਆਉਣ ਦਾ ਕੀ ਕਾਰਨ ਹੈ? ਮੀਆਂ ਸਾਹਿਬ ਮੇਰੇ ਹਾਲਾਂਕਿ ਫੈਮਿਲੀ ਦੇ ਵਿੱਚ ਮੇਰੇ ਭਾਈ 2 ਹਾਂ। ਦਫਾ ਐਮਪੀਏ ਵੀ ਰਹੇ ਨੇ। ਹਾਂ। ਤੇ ਮਤਲਬ ਉਹ ਫੈਮਿਲੀ ਦਾ ਚੂੰਕਿ ਬਹੁਤ ਜ਼ਿਆਦਾ ਫਿਰ ਦੋਸਤ ਰਹੇ ਨੇ, ਫਿਰ ਮੈਨੂੰ ਹਮੇਸ਼ਾ ਆਫਰ ਰਹੀ ਹੈ। ਕਾਲਜ ਤੋਂ ਸਿਆਸਤ ਕੀਤੀ, ਉਸ ਤੋਂ ਬਾਅਦ ਫਿਰ ਮਤਲਬ ਇਹਨਾਂ ਪੀਪਲਸ ਪਾਰਟੀ ਦਾ ਉਹ ਇੱਕ ਤੁਹਾਨੂੰ ਪਤਾ ਜਦੋਂ ਅਸੀਂ ਸਟੂਡੈਂਟ ਸਾਂ ਹੌਸਲੇ ਤੇ ਭੁੱਟੋ ਸਾਹਿਬ ਦਾ ਇੱਕ ਪੂਰਾ ਹਾਂ। ਕਰਿਸ਼ਮਾ ਅੱਜ ਦੇ ਇਮਰਾਨ ਖਾਨ ਦੀ ਤਰ੍ਹਾਂ ਬਿਲਕੁਲ ਉਸ ਵੇਲੇ ਭੁੱਟੋ ਸਾਹਿਬ ਵੀ ਸਾਡੀ ਜਵਾਨੀ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਉਹ ਉਹਨਾਂ ਤੋਂ ਅੱਗੇ ਕੁਝ ਨਜ਼ਰ ਨਹੀਂ ਸੀ ਹਾਂ, ਆਉਂਦਾ। ਕਮ ਸੇ ਕਮ ਪੰਜਾਬ ਔਰ ਸਿੰਧ ਦੇ ਵਿੱਚ ਹਾਂਜੀ। ਤੇ ਇਹੀ ਸੂਰਤ-ਏ-ਹਾਲ ਸੀ। ਤੇ ਉਸ ਵੇਲੇ ਪੀਪਲਸ ਪਾਰਟੀ ਦੀ ਮੈਂ ਯੂਥ ਦਾ ਮਤਲਬ ਇਹਨਾਂ ਸਿਆਸਤ ਕੀਤੀ ਹੂੰ। ਐਜ਼ ਏ ਵਾਈਸ ਪ੍ਰੈਜ਼ੀਡੈਂਟ ਪੰਜਾਬ। ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਸੀ, ਸਟੂਡੈਂਟ ਬਲਕਿ ਯੂਨੀਅਨ। ਮੈਨੂੰ ਆਫਰ ਰਹੀ ਸਦਰ ਬਣਨ ਲਈ ਵੀ। ਲੇਕਿਨ ਮੈਂ ਚੂੰਕਿ ਉਹ ਘਰ ਦੇ ਵਿੱਚ ਸਿਆਸਤ ਵੇਖਣ ਦੇ ਬਾਅਦ, ਲੋਕਾਂ ਨੂੰ ਮਿਲਣ ਦੇ ਬਾਅਦ ਇਹਨੂੰ ਬਹੁਤ ਕਰੀਬ ਤੋਂ ਵੇਖ ਲਿਆ ਕਿ ਯਾਰ ਇਹਦੇ 'ਚ ਬਹੁਤਾ ਝੂਠ ਔਰ ਮੁਨਾਫਕਤ ਹੈ। ਹੂੰ। ਤੇ ਉਹਦੇ ਤੋਂ ਇੱਕ ਦਿਲ ਜਿਹੜਾ ਹੈ ਨਾ ਉਹ ਮੰਨਦਾ ਹੀ ਨਹੀਂ ਸੀ ਮੈਨੂੰ। ਹਾਲਾਂਕਿ ਭਾਈ ਨੇ ਵੀ ਔਰ ਫੈਮਿਲੀ ਨੇ ਬੜਾ ਜ਼ੋਰ ਲਾਇਆ ਕਿ ਵੀ ਅਸੀਂ ਤੈਨੂੰ ਉੱਥੇ ਜਿਹੜੀ ਸਾਡੀ ਲੋਕਲ ਗਵਰਨਮੈਂਟ ਹੈ ਵੇ ਉੱਥੋਂ ਹੀ, ਤੁਹਾਨੂੰ ਪਤਾ ਸਫ਼ਰ ਤੇ ਉੱਥੋਂ ਹੀ ਸਟਾਰਟ ਹੁੰਦਾ, ਲੇਕਿਨ ਮੈਂ ਇਹਦੇ ਤੋਂ ਨੱਸਦਾ ਰਿਹਾ। ਉਸ ਤੋਂ ਬਾਅਦ ਫਿਰ ਜਹਾਂਗੀਰ ਬਦਰ ਸਾਹਿਬ ਮਰਹੂਮ ਅੱਲਾ ਉਹਨਾਂ ਨੂੰ ਜੰਨਤ ਦੀ ਜਗ੍ਹਾ ਦੇਵੇ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈਨੂੰ, ਉਹ ਚਾਹੁੰਦੇ ਸਨ ਕਿ ਮੈਂ ਸ਼ਾਇਦ ਤੋਂ ਐਮਪੀਏ ਦਾ ਇਲੈਕਸ਼ਨ ਲੜਾਂ। ਅੱਛਾ। ਲੇਕਿਨ ਮੈਂ ਮਤਲਬ ਹੈ ਨਾ ਇਸ ਤੋਂ ਨੱਸਦਾ ਰਿਹਾ, ਦੋਸਤਾਂ ਵਾਸਤੇ ਕਰਦਾ ਰਿਹਾ, ਭਾਈ ਲਈ ਕਰਦਾ ਰਿਹਾ, ਲੇਕਿਨ ਅਮਲੀ ਸਿਆਸਤ ਵਿੱਚ ਮੇਰਾ ਬਿਲਕੁਲ ਦਿਲ ਨਹੀਂ ਸੀ। ਹਾਂ, 2017 ਦੇ ਵਿੱਚ ਜਿਸ ਵੇਲੇ ਇਮਰਾਨ ਖਾਨ ਸਾਹਿਬ ਨੇ ਨਵੇਂ ਪਾਕਿਸਤਾਨ ਦਾ ਨਾਰਾ ਲਾਇਆ, ਕੋਈ ਗੱਲਾਂ ਐਸੀਆਂ ਕੀਤੀਆਂ, ਉਹ ਨਜ਼ਰੀਆਤੀ ਔਰ ਬੜੀ ਰਿਆਸਤ ਮਦੀਨਾ ਔਰ ਫਿਰ ਫਲਾਈ ਰਿਆਸਤ ਔਰ ਜੋ ਮਤਲਬ ਹੈ ਨਾ ਅੱਜ ਮਤਲਬ ਆਉਣ ਵਾਲੇ ਵਕਤ ਦੇ ਖਾਬ ਜਿਹੜੇ ਨੇ ਨਾ, ਉਹ ਖਾਨ ਸਾਹਿਬ ਨੇ ਜਦੋਂ ਵਿਖਾਏ ਤੇ ਮੈਨੂੰ ਇੰਝ ਲੱਗਿਆ ਕਿ ਜਿਵੇਂ ਉਹ ਜਿਹੜੀ ਅਸੀਂ ਸਿਆਸਤ ਜਿਸ ਵਜ੍ਹਾ ਤੋਂ ਅਸੀਂ ਨੱਸ ਰਹੇ ਸਾਂ ਜਿਹੜੀਆਂ ਚੀਜ਼ਾਂ ਤੋਂ, ਉਹ ਉਹਦੇ ਤੋਂ ਹਟ ਕੇ ਕੋਈ ਬੰਦਾ ਇਸ ਵੇਲੇ ਉਹ ਮਤਲਬ ਹੈ ਨਾ। ਔਰ ਦੁਬਾਰਾ ਬਲਕਿ ਇੱਕ ਹੋਰ ਗੱਲ ਮੈਨੂੰ ਯਾਦ ਹੈ ਕਿ ਸਾਡੇ ਹਲਕੇ 'ਚ ਇੱਕ ਇਲੈਕਸ਼ਨ ਦੇ ਦੌਰਾਨ ਮੇਰੀ, ਉਹ ਅੱਜ ਵੀ ਸ਼ਾਇਦ YouTube ਤੇ ਕੋਈ ਤਕਰੀਰ ਹੋਵੇ, ਤੇ ਮੈਂ ਉਸ ਵੇਲੇ ਉੱਥੇ ਪੀਪਲਸ ਪਾਰਟੀ ਦੇ ਪੁਰਾਣੇ ਲੋਕ ਸਨ ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿ ਯਾਰ ਮੈਨੂੰ ਇੰਝ ਲੱਗਦਾ ਪਿਆ ਕਿ ਭੁੱਟੋ ਸਾਹਿਬ ਜੋ ਕਹਿੰਦੇ ਰਹੇ ਨੇ ਨਾ ਇਮਰਾਨ ਖਾਨ ਉਹ ਕਰ ਜਾਏਗਾ। ਠੀਕ ਹੈ, ਮੈਨੂੰ ਇਹਨਾਂ ਦੀ ਗੱਲਾਂ ਤੋਂ ਲੱਗ ਰਿਹਾ ਕਿ ਇਮਰਾਨ ਖਾਨ ਉਹ ਕੰਮ ਜਿਹੜੇ ਭੁੱਟੋ ਸਾਹਿਬ ਛੱਡ ਗਏ ਸਨ, ਜਿਹੜੇ ਨਹੀਂ ਹੋ ਸਕੇ ਉਹਨਾਂ ਕੋਲੋਂ, ਉਹ ਇਹ ਕਰ ਲੈਣਗੇ। ਤੇ ਮੈਨੂੰ ਇੰਝ ਲੱਗਦਾ ਪਿਆ ਕਿ ਉਹ ਜਿਹੜਾ ਭੁੱਟੋ ਅਸੀਂ ਤਲਾਸ਼ ਕਰ ਰਹੇ ਸਨ ਉਹ ਮੌਜੂਦ ਹੈ। ਤੇ ਅਸੀਂ ਉਸ ਵੇਲੇ ਉਸ ਮਤਲਬ ਇੱਕ ਨਜ਼ਰੀਆਤੀ ਸਿਆਸਤ ਨੂੰ ਵੇਖਦੇ ਹੋਇਆ ਮੈਂ ਮਤਲਬ ਇਹਨਾਂ ਇਹਦੇ 'ਚ ਅਮਲੀ ਸਿਆਸਤ ਵਿੱਚ ਪਹਿਲੀ ਦਫਾ ਆਪਣੀ ਜ਼ਾਤ ਲਈ, ਔਰ ਉਹ ਵੀ ਪੀਟੀਆਈ ਦੇ ਦੋਸਤਾਂ ਨੇ ਮੈਨੂੰ ਯੂਕੇ ਤੋਂ, ਮੈਂ ਉਸ ਲਈ ਉੱਥੇ ਸਾਂ, ਮੈਨੂੰ ਕਹਿ ਕੇ ਬੁਲਾਇਆ ਕਿ ਵੀ ਤੁਹਾਨੂੰ ਅਸੀਂ ਇਲੈਕਸ਼ਨ ਲੜਵਾਉਣਾ। ਔਰ ਇੱਕ ਵਕਤ ਤੇ ਫਿਰ ਇਸ ਨੇ ਇੰਨੀ ਮੈਂ ਮਿਹਨਤ ਕੀਤੀ ਕਿ ਵੀ ਮੇਰਾ ਨਾਂ ਉਸ ਵੇਲੇ ਸ਼ਾਦਰੇ ਦੇ ਸਾਡੇ ਉੱਥੇ 3 ਹੀ ਕੈਂਡੀਡੇਟ ਜਿਹੜੇ ਮਤਲਬ ਉਸ ਦੇ ਚੋਈ ਸਰਵਰ ਸਾਹਿਬ ਪੀਟੀਆਈ ਦੇ ਇੱਕ ਮੇਨ ਰੋਲ ਸੀ ਇਹਨਾਂ ਦਾ, ਇਹਨਾਂ ਦੇ ਉਹ ਟਵੀਟ ਮੌਜੂਦ ਨੇ ਕਿ 3 ਕੈਂਡੀਡੇਟ ਜਿਹੜੇ ਨੇ ਇਹਨਾਂ ਦੇ ਵਿੱਚੋਂ ਸਾਡਾ ਇੱਕ ਐਮਐਨਏ ਹੋਏਗਾ ਜਿਹਦੇ 'ਚ ਇੱਕ ਮੇਰਾ ਨਾਂ ਸੀ। ਅੱਛਾ। ਤੇ ਬਲਕਿ ਮੇਰੇ ਇੰਟਰਵਿਊ ਵੀ ਹੋਏ ਚੇਅਰਮੈਨ ਸੈਕਟਰੀਏਟ ਦੇ ਵਿੱਚ, ਮੈਨੂੰ ਇਹ ਨਜ਼ਰ ਆ ਰਿਹਾ ਸੀ ਕਿ ਮੈਨੂੰ ਇਹ ਸਿਲੈਕਟ ਕਰ ਮਿਲ ਲੈਣਾ। ਜਾਏਗਾ। ਹਾਂਜੀ, ਲੇਕਿਨ ਉਹ ਮਤਲਬ ਨਾ ਉਹ ਨਾ ਹੋ ਸਕਿਆ। ਉਸ ਤੋਂ ਬਾਅਦ ਬੜੀ ਮਿਹਨਤ ਕੀਤੀ, ਮਗਰ ਅੱਜ ਮਾਯੂਸੀ ਫਿਰ ਹੋਈ ਕਿ ਯਾਰ ਸਾਰੀਆਂ ਜਮਾਤਾਂ ਜਿਹੜੀਆਂ ਨੇ ਨਾ, ਉਹਨਾਂ ਦਾ ਮਤਮਾ ਨਜ਼ਰ ਜਿਹੜਾ ਨਾ ਉਹ ਇੱਕੋ ਹੀ ਹੈ, ਇਕਤਦਾਰ, ਇਖਤਿਆਰ, ਔਰ ਬਸ ਇਹ ਹੀ ਮਾਮਲਾ ਹੈ, ਕਿਧਰੇ ਨਜ਼ਰੀਆ ਮੌਜੂਦ ਨਹੀਂ ਗਾ। ਇਮਰਾਨ ਖਾਨ ਦੇ ਜਿਸ ਵਕਤ ਬਹੁਤ ਬੁਲੰਦ ਬਾਂਗ ਜਿਹੜੇ ਦਾਅਵੇ ਸਨ, ਉਹਨਾਂ ਦਾ ਮੈਂ ਸਮਝਦਾ ਕਿ 2 ਪਹਿਲੂ ਸਾਹਮਣੇ ਆਏ। ਇੱਕ ਤੇ ਇਹ ਕਿ ਜਿਹੜੇ ਲੋਕ ਸਿਆਸਤ ਨੂੰ ਸਮਝਦੇ ਸਨ, ਗਰਾਊਂਡ ਰਿਐਲਿਟੀਜ਼ ਨੂੰ ਕੁਝ ਜਾਣਦੇ ਸਨ, ਉਹਨਾਂ ਨੇ ਸਮਝਿਆ ਕਿ ਸਾਰੀਆਂ ਹਵਾਈ ਗੱਲਾਂ ਨੇ। ਬਹੁਤ ਸਾਰੀਆਂ ਗੱਲਾਂ ਮੁਤਜ਼ਾਦ ਨੇ ਔਰ ਕਾਬਿਲ ਅਮਲ ਨਹੀਂ ਹਨ। ਔਰ ਦੂਸਰਾ ਇਹ ਕਿ ਕਾਫੀ ਲੋਕ ਉਹਦੇ ਤੋਂ ਮੁਤਾਸਰ ਹੋਏ, ਖਾਸ ਤੌਰ 'ਤੇ ਯੰਗ ਜਨਰੇਸ਼ਨ ਜਿਹੜੀ ਹੈ ਉਹ ਉਹਨਾਂ ਤੋਂ ਮੁਤਾਸਰ ਹੋਈ। ਇਹਦਾ ਮਤਲਬ ਇਹ ਹੋਇਆ ਕਿ ਅੱਜ ਜਿਸ ਜਗ੍ਹਾ 'ਤੇ ਤੁਸੀਂ ਖੜੇ ਹੋ, ਤੁਸੀਂ ਇਮਰਾਨ ਖਾਨ ਨੂੰ ਸਹੀ ਤੌਰ 'ਤੇ ਸਮਝ ਨਹੀਂ ਸਕੇ। ਐਮ ਆਈ ਰਾਈਟ? ਮੇਰਾ ਖਿਆਲ ਹੈ ਕਿ ਅਸੀਂ ਜਿਹੜਾ ਨਾ ਮੈਂ ਹੀ ਨਹੀਂ, ਤੁਸੀਂ ਉਸ ਵੇਲੇ ਬੜੇ ਅਰਸੇ ਦੇ ਬਾਅਦ ਸਾਨੂੰ ਜਿਹੜਾ ਨਾ ਕੋਈ ਉਹ ਜਿਹੜੀ ਦਿਲ ਦੇ ਅੰਦਰ ਇੱਕ ਉਹ ਇੱਕ ਬਹੁਤ ਸਾਰੇ ਲੋਕਾਂ ਦੇ 'ਚ ਹੈ ਸੀ ਨਾ, ਇੱਕ ਪਿਆਸ ਸੀ, ਇੱਕ ਭੁੱਖ ਸੀ ਕਿ ਜਿਹੜੀ ਮਤਲਬ ਹੈ ਨਾ ਜਮਹੂਰੀ ਇੱਕ ਮਤਲਬ ਹੈ ਨਾ ਹੁੰਦੀ ਮਾਸ਼ਰਿਆਂ 'ਚ ਹੁੰਦੀ ਹੈ, ਜਿਹੜੀ ਇੱਕ ਮਤਲਬ ਹੈ ਨਾ ਫਲਾਈ ਰਿਆਸਤ ਵਾਸਤੇ ਹੁੰਦੀ ਹੈ,
ਜਿਹੜੀ ਇੱਕ ਇਸਲਾਮੀ ਮੁਆਸ਼ਰੇ ਵਾਸਤੇ ਹੁੰਦੀ ਹੈ, ਇਹ ਬੜੀ ਦੇਰ ਤੋਂ ਸਾਡੀ ਪੂਰੀ ਸਿਆਸਤ ਤੋਂ ਜਿਹੜਾ ਸੀ ਨਾ ਇਹ ਦੂਰ ਸੀ, ਕਿਉਂਕਿ ਇੱਥੇ ਸਿਆਸਤ ਜਿਹੜੀ ਨਾ ਉਹ ਬਿਲਕੁਲ ਚਲੀ ਗਈ ਸੀ। ਉਹ ਗੈਰ ਜਮਾਤੀ ਇਲੈਕਸ਼ਨ 85 ਦੇ ਹੋਣ ਦੇ ਬਾਅਦ ਇਹ ਬਿਲਕੁਲ ਜਿਹੜੀ ਸਿਆਸਤ ਹੈ ਪਾਕਿਸਤਾਨ ਦੀ ਜਿਹੜੀ ਹੈ ਨਾ ਉਹ ਤੁਸੀਂ ਵੇਖੋ ਕਿ ਉਹਦੇ 'ਚ ਤਰੱਕੀ ਦਾ ਉਹ ਜਿਹੜਾ ਮਿਆਰ ਸੀ ਨਾ ਉਹ ਕੁਝ ਹੋਰ ਹੋ ਗਿਆ ਸੀ, ਕਿਉਂਕਿ ਇੱਥੇ ਅਸੈਂਬਲੀਆਂ ਦੇ ਵਿੱਚ ਕਾਨੂੰਨ ਸਾਜ਼ੀ ਵਾਲੀ ਤੇ ਗੱਲ ਕੋਈ ਨਹੀਂ ਸੀ। ਅਸੈਂਬਲੀ ਦੇ ਮੈਂਬਰ ਤੇ ਗਲੀ ਮੋਰੀ ਬਣਾਉਣ ਤੇ ਲੱਗੇ ਹੋਏ ਸਨ, ਠੇਕਿਆਂ ਤੇ ਲੱਗੇ ਹੋਏ ਸਨ, ਕਾਰੋਬਾਰ ਬਣਾਉਣ ਤੇ ਲੱਗੇ ਹੋਏ ਸਨ। ਔਰ ਉਸ ਦੇ ਨਾਲ ਕੀ ਹੁੰਦਾ ਰਿਹਾ ਕਿ ਸਾਡੀ ਉਹ ਜਿਹੜੀ, ਔਰ ਫਿਰ ਉਸ ਤੋਂ ਬਾਅਦ ਇਹਦੇ ਦੌਰਾਨ ਇੱਕ ਸਭ ਤੋਂ ਵੱਡਾ ਜਿਹੜਾ ਪਾਕਿਸਤਾਨ ਦੇ ਨਾਲ ਜ਼ੁਲਮ ਹੋਇਆ ਮੈਂ ਸਮਝਦਾ ਉਹ ਸੀ ਤੁਹਾਡੀ ਲੇਬਰ ਦੀ ਸਿਆਸਤ ਨੂੰ ਬੰਦ ਕਰ ਦੇਣਾ, ਤੁਹਾਡੀ ਜਿਹੜੀ ਹੈ ਨਾ ਉਹ ਸਟੂਡੈਂਟ ਸਿਆਸਤ ਨੂੰ ਬੰਦ ਕਰ ਦੇਣਾ, ਤੁਹਾਡੀ ਟ੍ਰੇਡ ਯੂਨੀਅਨਸ ਜਿੰਨੀਆਂ ਨੇ ਉਹਨਾਂ ਨੂੰ ਖਤਮ ਕਰ ਦੇਣਾ। ਯਾਨੀ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਉਹ ਲੀਡਰਸ਼ਿਪ ਆਣੀ ਸੀ ਨਾ ਉਹ ਸਾਰੀ ਦੀ ਸਾਰੀ ਜਿਹੜੀ ਹੈ ਨਾ ਉਹ ਉੱਥੇ ਉਹ ਨਰਸਰੀਆਂ ਨੂੰ ਜਦੋਂ ਤਾਲੇ ਲੱਗ ਗਏ ਉਹ ਬੰਦ ਹੋ ਗਈ। ਤੇ ਇੱਕ ਗੈਪ ਸੀ, ਉਹ ਜਿਹੜਾ ਗੈਪ ਹੈ ਜਿਸ ਵੇਲੇ ਖਾਨ ਸਾਹਿਬ ਆਏ ਨੇ, ਇਹਨਾਂ ਨੇ ਜਿਹੜੀ ਗੱਲਾਂ ਕੀਤੀਆਂ ਨੇ, ਇਹਨਾਂ ਨੇ ਉਸ ਦੁੱਖ ਦੀ ਰਗ ਨੂੰ ਜਿਹੜਾ ਨਾ ਉਹ ਛੇੜਿਆ, ਉਹਨੂੰ ਉੱਥੇ ਹੱਥ ਰੱਖਿਆ। ਉਹ ਜਿਹੜਾ ਲੋਕਾਂ ਦੇ ਅੰਦਰ ਇੱਕ ਉਹ ਇੱਕ ਦਬੀਆਂ ਹੋਈਆਂ ਸਨ ਨਾ ਖੁਆਇਸ਼ਾਂ ਇਸ ਮੁਲਕ ਦੇ ਅੰਦਰ ਜਮਹੂਰੀ ਔਰ ਇੱਕ ਨਜ਼ਰੀਆਤੀ ਸਿਆਸਤ ਵਾਸਤੇ, ਉਹਨਾਂ ਵੇਖਿਆ ਯਾਰ ਕੋਈ ਇੱਕ ਬੰਦਾ ਐਸਾ ਜਿਹੜਾ ਨਾ। ਔਰ ਕੁਝ ਦੂਸਰੀ ਇੱਕ ਹੋਰ ਵੀ ਗੱਲ ਹੈ ਸਰ, ਮੈਂ ਬੜੀ ਮਤਲਬ ਇਹਨੇ ਤੇ ਲੋਕੀ ਡਰਦੇ ਗੱਲ ਨਹੀਂ ਕਰਦੇ, ਲੇਕਿਨ ਇੱਥੇ ਇੱਕ ਹੋਰ ਵੀ ਮਸਲਾ ਹੈ ਕਿ ਤੁਸੀਂ ਦੇਖੋ ਕਿ ਪਹਿਲੇ ਬਣਾਇਆ ਜਾਂਦਾ ਹੈ, ਫਿਰ ਉਹਨੂੰ ਲਾਇਆ ਜਾਂਦਾ ਹੈ, ਫਿਰ ਉਹਨੂੰ ਕਿਸ ਤਰ੍ਹਾਂ ਉਹਦੇ ਖਿਲਾਫ ਦੇਖੋ ਨਾ। ਇੱਥੇ ਜਿਵੇਂ ਸਾਦਕ ਅਮੀਨ ਦਾ, ਮੈਂ ਇੱਕ ਐਜ਼ ਏ ਮੁਸਲਿਮ ਮੈਂ ਉਸ ਵੇਲੇ ਵੀ ਕਹਿੰਦਾ ਸਾਂ ਕਿ ਯਾਰ ਇਹ ਗੱਲ ਸਾਡੇ ਉਹ ਹਲਕ ਤੋਂ ਥੱਲੇ ਨਹੀਂ ਉਤਰਦੀ, ਬਾਵਜੂਦ ਉਸ ਪਾਰਟੀ ਦਾ ਹਿੱਸਾ ਹੁੰਦੇ। ਤੁਸੀਂ ਦੇਖੋ ਕਿ ਉਸ ਵੇਲੇ ਇੱਥੋਂ ਤੱਕ ਪਹੁੰਚਾਇਆ ਗਿਆ, ਠੀਕ ਹੈ। ਫਿਰ ਉਸ ਤੋਂ ਬਾਅਦ ਹੁਣ ਉਸੇ ਹੀ ਬੰਦੇ ਨੂੰ ਅੱਜ ਦੁਬਾਰਾ ਇਹ ਸਾਬਤ ਕੀਤਾ ਜਾ ਰਿਹਾ ਕਿ ਉਹ ਵੀ ਚੋਰ ਹੈ। ਜਿਸ ਤਰ੍ਹਾਂ ਦੂਸਰੇ ਇੱਕ ਹੋਰ ਲੀਡਰ ਨੂੰ ਚੋਰ ਔਰ ਡਾਕੂ, ਅੱਜ ਤੁਸੀਂ ਵੇਖੋ ਕਿ ਅੱਜ ਦਾ ਉਹ ਜਿਹੜਾ 15-20 ਸਾਲ ਦਾ ਬੱਚਾ ਹੈ, ਜਿਹੜਾ ਪਿਛਲੇ 10 ਸਾਲ ਤੋਂ ਬਚਪਨ ਤੋਂ ਸੌਂਦਾ ਆਇਆ, ਜਾਂ 25 ਸਾਲ ਦਾ ਜਿਹੜਾ ਪਿਛਲੇ 10 ਸਾਲ ਤੋਂ ਸੌਂਦਾ ਆਇਆ, ਉਸ ਵੇਲੇ 15 ਸਾਲ ਦਾ ਸੀ, ਜਾਂ ਜਿਹੜੇ ਅੱਜ 10-12 ਸਾਲ ਦੇ ਬੱਚੇ ਨੇ ਜਿਹੜੇ ਜੰਮਦੇ ਹੀ ਸੌਂਦੇ ਪਏ ਨੇ ਕਿ ਉਹ ਡਾਕੂ ਹੈ, ਉਹ ਚੋਰ ਹੈ। ਉਹ ਸਰ ਉਹਨਾਂ ਦੇ ਚੋਂ ਡਾਕੂ ਔਰ ਚੋਰ ਨੂੰ ਕੱਢਣ ਲਈ ਕੋਈ 10 ਸਾਲ ਲੱਗਣਗੇ। ਇਸ ਵੇਲੇ ਉਹ ਕਲਟ ਕਹਿ ਲਓ, ਉਹ ਮਜ਼ਹਬ ਕਹਿ ਲਓ, ਉਹਨੂੰ ਤੁਸੀਂ ਫਿਰਕਾ ਕਹਿ ਲਓ, ਉਹਨੂੰ ਤੁਸੀਂ ਅੱਜ ਦੀ ਮਤਲਬ ਨਾ ਅੱਜ ਦੀ ਨੌਜਵਾਨ ਨਸਲ ਨੂੰ ਤੁਸੀਂ ਜਿਨ੍ਹਾਂ ਨੂੰ ਜੰਮਦਿਆਂ ਦੱਸਿਆ ਸੀ ਕਿ ਇਹਦੇ ਨਾਲੋਂ ਚੰਗਾ ਕੋਈ ਨਹੀਂ, ਇਹਦੇ ਨਾਲੋਂ ਨੇਕ ਕੋਈ ਨਹੀਂ, ਇਹਦੇ ਨਾਲੋਂ ਸਿਆਣਾ ਕੋਈ ਨਹੀਂ, ਇਹਦੇ ਨਾਲ ਮੁਹੱਬੇ ਵਤਨ ਕੋਈ ਨਹੀਂ, ਇਹ ਮਤਲਬ ਤੁਸੀਂ ਦੱਸਿਆ ਨਾ। ਇਹ ਜਦੋਂ ਤੁਸੀਂ ਦੱਸਿਆ, ਤੁਹਾਡੇ ਮੀਡੀਆ ਨੇ ਦੱਸਿਆ, ਤੁਹਾਡੀਆਂ ਏਜੰਸੀਆਂ ਨੇ ਦੱਸਿਆ, ਤੁਹਾਨੂੰ ਉਹਨੂੰ ਚੁੱਕ ਕੇ ਲਿਆ ਕੇ ਉਹਨੂੰ ਐਡਾ ਵੱਡਾ ਉਹਦਾ ਕੱਦ ਕਰਤਾ ਹੈ, ਉਹਨੂੰ 6 ਫੁੱਟ ਦੀ ਬਜਾਏ ਹੁਣ ਤੁਸੀਂ 40-50 ਫੁੱਟ ਦਾ ਵਹਾ ਦਿੱਤਾ ਹੈ। ਹੁਣ ਉਹਨੂੰ 40-50 ਫੁੱਟ ਨੂੰ 6 ਫੁੱਟ ਤੇ ਲਿਆਉਣ ਲਈ ਤੁਹਾਨੂੰ ਟਾਈਮ ਤੇ ਲੱਗਣਾ ਹੈ। ਟਾਈਮ ਲੱਗੇਗਾ। ਮੀਆਂ ਸਾਹਿਬ, ਤੁਹਾਨੂੰ ਜਿਸ ਵਕਤ ਤੁਸੀਂ ਇਮਰਾਨ ਦੇ ਹੱਕ ਦੇ ਵਿੱਚ ਪਾਰਟੀ ਨੂੰ ਜੁਆਇਨ ਕੀਤਾ, ਉਸ ਵਕਤ ਅੰਦਾਜ਼ਾ ਨਹੀਂ ਹੋਇਆ ਕਿ ਇਹਨੂੰ ਬਿਲਡ ਅਪ ਕੀਤਾ ਜਾ ਰਿਹਾ ਹੈ? ਯਾਨੀ ਇੱਕ ਤੇ ਜਿਹੜੀ ਬੰਦੇ ਦੀ ਪੋਜੀਸ਼ਨ ਹੈ ਨਾ, ਉਸ ਤੋਂ ਉਹਨੂੰ ਜ਼ਿਆਦਾ ਕਰਕੇ ਦਿਖਾਇਆ ਜਾ ਰਿਹਾ, ਉਸ ਵਕਤ ਨਹੀਂ ਪਤਾ ਨਹੀਂ, ਉਸ ਵੇਲੇ ਸਰ ਦੇਖੋ ਇੱਕ ਗੱਲ ਬੜੀ ਅਹਿਮ ਹੈ ਵੇ ਕਿ ਇੱਕ ਤੇ ਉਹ ਹੀਰੋ ਸੀ ਜਿਹੜਾ ਅੱਜ ਵੀ ਹੈ, ਕ੍ਰਿਕਟ ਮਤਲਬ ਉਸ ਲੈਵਲ ਤੇ ਅਸੀਂ ਅੱਜ ਵੀ ਮੰਨਦੇ ਹਾਂ ਉਹ ਹੀਰੋ ਸੀ। ਲੇਕਿਨ ਮੈਂ ਕਈ ਦਫਾ ਇਹ ਗੱਲ ਕਹਿ ਚੁੱਕਿਆ ਕਿ ਜਦੋਂ ਅਸੀਂ ਨਾਲ ਚੱਲ ਕੇ ਵੇਖਿਆ, ਸਿਆਸਤ ਕਰਕੇ ਵੇਖੀਏ, ਤੇ ਫਿਰ ਸਮਝ ਆਈ ਕਿ ਨਹੀਂ ਯਾਰ ਇਹ ਸਿਆਸਤਦਾਨ ਨਹੀਂ, ਇਹ ਸਿਆਸਤਦਾਨ ਨਹੀਂ ਗਾ, ਇਹ ਬੰਦਾ ਜਿਹੜਾ ਹੈ ਇਹ ਹੀਰੋ ਹੈ ਤੇ ਬਹੁਤ ਅੱਛਾ ਹੈ, ਬਹੁਤ ਉਹਦੀ ਆਪਣੀ ਫੀਲਡ ਦੇ ਵਿੱਚ ਉਹਨੇ ਆਪਣੀ ਉਸ ਸਪੋਰਟਸ ਵਿੱਚ ਉਹਨੇ ਆਪਣਾ ਨਾਮ ਬਣਾਇਆ, ਉਹਨੇ ਚੈਰਿਟੀ ਦੇ ਵਿੱਚ ਵੱਡਾ ਨਾਂ ਕੀਤਾ, ਉਹ ਸਾਰਾ ਕੁਝ ਮੌਜੂਦ ਹੈ। ਲੇਕਿਨ ਇਹ ਜ਼ਰੂਰੀ ਨਹੀਂ ਹੈਗਾ ਕਿ ਜਨਾਬ ਅਗਰ ਇੱਕ ਬੰਦਾ 5 ਵਕਤ ਦਾ ਨਮਾਜ਼ੀ ਹੈ, ਉਹ ਚੈਰਿਟੀ ਦੇ ਬੜੇ ਕੰਮ ਨੇ, ਯਾਨੀ ਉਹਦੀ ਬੇਸ਼ੁਮਾਰ ਉਹਦੇ 'ਚ ਖੂਬੀਆਂ ਨੇ, ਲੇਕਿਨ ਉਹ ਕਿਸੇ ਆਰਗੇਨਾਈਜੇਸ਼ਨ ਨੂੰ ਚਲਾਉਣ ਦਾ ਵੀ ਉਹਨੂੰ ਨਹੀਂ ਪਤਾ, ਜਾਂ ਉਹ ਮਤਲਬ ਉਹਦਾ ਫੀਲਡ ਹੀ ਨਹੀਂ ਗਾ। ਸਰ ਤੁਸੀਂ ਦੇਖੋ ਉਹਦਾ ਫੀਲਡ ਹੀ ਨਹੀਂ ਗਾ। ਕਾਸਮ ਅਲੀ ਸ਼ਾਹ ਕਹਿੰਦੇ ਨੇ ਜੀ, ਮੈਂ ਮੇਰੀ ਬੇਗਮ ਮੈਨੂੰ ਕਹਿੰਦੀ ਜੀ ਹੁਣ ਮਾਸ਼ਾਅੱਲਾ ਅਸੀਂ ਇਸ ਵੇਲੇ ਹਾਲਾਤ ਅੱਛੇ ਹੋ ਗਏ ਨੇ, ਸੌਦਾ ਮਾਮਲਾ ਹੈ ਤੇ ਅਸੀਂ ਕਿਉਂ ਨਾ ਡਰਾਈਵਰ ਰੱਖ ਲਈ ਹੁਣ ਬੱਚਿਆਂ ਲਈ। ਉਹਨਾਂ ਕਿਹਾ ਜੀ ਠੀਕ ਹੈ। ਉਹ ਬੇਗਮ ਨੇ ਕੁਝ ਸ਼ਰਾਇਤ ਦਸੀਆਂ, ਉਹਨਾਂ ਇਸ਼ਤਿਹਾਰ ਦੇ ਦਿੱਤਾ ਕਿ ਜਨਾਬ ਉਹ ਬਾਰਿਸ਼ ਹੋਵੇ, 55-56 ਸਾਲ ਤੋਂ ਥੱਲੇ ਨਾ ਹੋਵੇ, ਉਹ ਨਮਾਜ਼ੀ ਪਰਹੇਜ਼ਗਾਰ ਹੋਵੇ, ਉਹ ਜਨਾਬ ਉਹ ਮਤਲਬ ਉਹਦੇ 'ਚ ਇੰਨੀਆਂ ਖੂਬੀਆਂ ਦਸੀਆਂ। ਹੁਣ ਕਈ ਦਿਨ ਇੰਤਜ਼ਾਰ ਕੀਤਾ ਤੇ ਇੱਕ ਬੰਦਾ ਆ ਗਿਆ ਅੱਲਾ ਦਾ, ਉਹਨੇ ਕਿਹਾ ਜੀ ਕਿ ਤਮਾਮ ਚੀਜ਼ਾਂ ਦੇ ਉੱਤੇ ਮੈਂ ਪੂਰਾ ਉਤਰਨਾ ਵਾ ਤੇ ਮੈਨੂੰ ਤੁਸੀਂ ਮੇਰੇ ਨਾਲ ਤਨਖਾਹ ਮੁੱਕ ਲਓ। ਤਨਖਾਹ ਹੋ ਗਈ। ਉਹਨੇ ਕਿਹਾ ਜੀ ਹੁਣ ਇੱਕ ਮੇਰੀ ਵੀ ਸ਼ਰਤ ਹੈ। ਉਹਨੇ ਕਿਹਾ ਜੀ ਜਿੱਥੇ ਅਜ਼ਾਨ ਹੋਈ ਮੈਂ ਉੱਥੇ ਗੱਡੀ ਖੜੀ ਕਰਕੇ ਨਮਾਜ਼, ਉਹਨੇ ਕਿਹਾ ਜੀ ਅਸੀਂ ਨਹੀਂ ਰੋਕਾਂ। ਉਹਨੇ ਕਿਹਾ ਮੈਂ ਗੱਡੀ 'ਚ ਟੇਪ ਵੀ ਨਹੀਂ ਲੱਗੇਗੀ। ਉਹਨੇ ਕਿਹਾ ਜੀ ਉਹ ਵੀ ਨਹੀਂ ਲੱਗੇਗੀ। ਸਾਰੀਆਂ ਗੱਲਾਂ ਦੇ ਬਾਅਦ ਉਹਨੇ ਕਿਹਾ ਜੀ ਇੱਕ ਹੋਰ ਆਖਰੀ ਗੱਲ ਹੁਣ ਮੇਰੀ ਸੁਣ ਲਓ, ਇੱਕ ਮੇਰੇ 'ਚ ਕਮੀ ਹੈ, ਗੱਡੀ ਚਲਾਣੀ ਨਹੀਂ ਆਉਂਦੀ, ਮੈਨੂੰ ਸਿਖਾ ਦਿਓ।
ਮਸਲਾ ਇਹ ਵੇ ਹਾਂ ਕਿ ਇਹ ਜ਼ਰੂਰੀ ਸਭ ਤੋਂ ਅਹਿਮ ਕੰਮ ਇਹ ਵੇ ਕਿ ਜਿਹੜਾ ਉਹਦਾ ਅਸਲ ਕੰਮ ਹੈ ਅਗਰ ਉਹਨੂੰ ਆਂਦਾ ਹੈ ਹਾਂ ਤੇ ਫਿਰ ਤੇ ਠੀਕ ਹੈ, ਅਗਰ ਠੀਕ ਉਹਨੂੰ ਉਹ ਕੰਮ ਹੀ ਨਹੀਂ ਆਂਦਾ ਤੇ ਹੂੰ ਉਹਦੇ ਚ 5000 ਖੂਬੀਆਂ ਹੋਣ, ਹੂੰ ਉਹਦੇ ਨਾਲ ਉਹ ਜਿਨ੍ਹਾਂ ਦੇ ਉੱਤੇ ਤੁਸੀਂ ਇਲਜ਼ਾਮ ਲਾ ਰਹੇ ਹੋ, ਹੂੰ ਕੋਈ ਕਮੀ ਬੇਸ਼ੀ ਹੈ ਸੀ ਉਹਨਾਂ 'ਚ, ਹਾਂਜੀ ਲੇਕਿਨ ਉਹ ਮੰਜ਼ਿਲੇ ਮਕਸੂਦ ਤੇ ਤੁਹਾਨੂੰ ਪਹੁੰਚਾ ਪਹੁੰਚਾ ਰਹੇ ਨੇ। ਸਕਦਾ ਹਾਂ ਮੈਂ ਦੇਖੋ ਕਰਪਸ਼ਨ ਜਿਹੜਾ ਨਾ ਉਹ ਅੱਜ ਦਾ ਮਸਲਾ ਨਹੀਂ, ਹੂੰ ਕਰਪਸ਼ਨ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਹੈ ਹੂੰ ਔਰ ਇਹ ਬਿਲਕੁਲ ਠੀਕ ਹੈ, ਇਹ ਬੜਾ ਅਹਿਮ ਮਸਲਾ ਹੈ। ਹੂੰ ਲੇਕਿਨ ਇਹਨੂੰ ਪ੍ਰਾਇੋਰਟੀ ਦੇ ਵਿੱਚ ਤੁਸੀਂ ਇੰਜ ਬਿਲਕੁਲ ਪਹਿਲੇ ਦਰਜੇ ਤੇ ਲੈ ਜਾਓ ਤੇ ਬਾਕੀ ਕੰਮ ਪਿੱਛੇ ਛੱਡ ਦਿਓ, ਸਾਰਾ ਇਹਦੇ ਪਿੱਛੇ ਡੰਡਾ ਲੈ ਕੇ ਟੁਰ ਪਵੋ। ਚੱਲਣ ਦੇ ਨਾਲ ਤੁਹਾਨੂੰ ਅੰਦਾਜ਼ਾ ਹੋਇਆ ਕਿ ਇਹ ਸਿਆਸਤਦਾਨ ਨਹੀਂ ਹੈ, ਲੇਕਿਨ ਪੀਟੀਆਈ ਤੋਂ ਜਾਂ ਇਮਰਾਨ ਖਾਨ ਤੋਂ ਅਲੱਗ ਹੋਣ ਦਾ ਜਿਹੜਾ ਮੇਨ ਸਬਬ ਜਿਹੜਾ ਬਣਿਆ ਉਹ ਕੀ ਸੀ? ਸਰ ਮੇਨ ਸਬਬ ਅਸਲ ਦੇ ਵਿੱਚ ਦੇਖੋ, ਮੈਂ ਤੇ 9 ਮਈ ਤੋਂ ਜਿਹੜਾ ਹੈ ਨਾ ਬਹੁਤ ਪਹਿਲੇ ਜਿਹੜਾ ਹੈ ਨਾ ਅੱਛਾ ਜੋ ਸਰਵਰ ਸਾਹਿਬ ਗਵਰਨਰ ਸਨ, ਹਾਂ ਤੇ ਉਸ ਦੇ ਵਿੱਚ ਵੀ ਉਹ ਇੱਕ ਚੁੱਕੇ ਛੋਟਾ ਮੂੰਹ ਵੱਡੀ ਗੱਲ ਮੇਰੇ ਕੋਲੋਂ ਗੱਲ ਚੰਗੀ ਨਹੀਂ ਲੱਗੇਗੀ, ਚਾਹੇ ਸਰਵਰ ਸਾਹਿਬ ਵੀ ਕਰਨ ਜਾਂ ਇਮਰਾਨ ਖਾਨ ਸਾਹਿਬ ਵੀ ਕਰਨ ਤੇ ਚੰਗੀ ਲੱਗਦੀ। ਉਹਨਾਂ ਹਾਂ ਦੇ ਇਖਤਲਾਫ ਦੀ ਵਜ੍ਹਾ ਜਿਹੜੀ ਹੈ ਨਾ ਉਹ ਬੁਜ਼ਦਾਰ ਸਾਹਿਬ ਦਾ ਅਸਤੀਫਾ ਔਰ ਉਹਦੇ ਪਿੱਛੇ ਕੀ ਕਹਾਣੀ ਸੀ, ਹੂੰ, ਉਹਦੇ ਸੱਚ ਕੁਝ ਹੋਰ ਸੀ, ਕਿਆ ਕੁਝ ਹੋਰ ਜਾ ਰਿਹਾ ਸੀ। ਅੱਛਾ ਉਹਦੇ ਉੱਤੇ ਚੋਈ ਸਰਵਰ ਸਾਹਿਬ ਜਾ ਕੇ ਮਿਲ ਕੇ ਵੀ ਆਏ, ਗੱਲ ਕਰਕੇ ਆਏ, ਹੂੰ ਠੀਕ ਹੈ, ਔਰ ਇਹਨਾਂ ਨੇ ਕਿਹਾ ਕਿ ਤੁਸੀਂ ਮੇਰਾ ਰਿਜ਼ਾਈਨ ਜਿਹੜਾ ਨਾ ਉਹ ਲੈ ਲਓ। ਹੂੰ ਇਹ ਇਹਨਾਂ ਦੀ ਪ੍ਰੈਸ ਕਾਨਫਰੰਸ ਹੈ, ਮੈਂ ਅੱਛਾ ਆਪਣੇ ਕੋਲੋਂ ਨਹੀਂ ਹੂੰ ਕਹਿ ਰਿਹਾ, ਲੇਕਿਨ ਉਸ ਲਈ ਉਹਨਾਂ ਨੂੰ ਕਿਹਾ ਜੀ ਠੀਕ ਹੈ, ਨਹੀਂ ਤੁਸੀਂ ਕੰਮ ਕਰੋ। ਘਰ ਆਏ ਨੇ, ਹੂੰ ਲਾਹੌਰ ਪਹੁੰਚੇ ਨੇ ਹੂੰ ਤੇ ਪਿੱਛੋਂ ਉਹਨਾਂ ਨੂੰ ਫਾਰਗ ਕਰਤਾ ਗਿਆ। ਹੂੰ ਤੇ ਉਹ ਨਾਰਾਜ਼ਗੀ ਉਹਨਾਂ ਦੀ, ਅੱਛਾ ਚੋਈ ਸਾਹਿਬ ਜਿਸ ਤਰ੍ਹਾਂ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚ ਗਵਰਨੈਂਸ ਦੇ ਮਸਲੇ ਨੇ, ਪੰਜਾਬ ਦੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਪੰਜਾਬ ਦੇ ਵਿੱਚ ਦੇਖੋ ਨਾ ਤੁਸੀਂ ਬੁਜ਼ਦਾਰ ਦਾ ਤੇ ਚੋਈ ਸਰਵਰ ਦਾ ਕੋਈ ਮੁਕਾਬਲਾ ਤੇ ਨਹੀਂ ਸੀ ਨਾ ਹੈਗਾ। ਹੁਣ ਚੋਈ ਸਰਵਰ ਨੂੰ ਬਿਲਕੁਲ ਤੁਸੀਂ ਪਿੱਛੇ ਦੀਵਾਰ ਨਾਲ ਲਾ ਦਿਓ ਤੇ ਬੁਜ਼ਦਾਰ ਜਿਹੇ ਬੰਦੇ ਨੂੰ ਜਿਹਨੂੰ ਪਤਾ ਹੀ ਕੱਖ ਦਾ ਨਹੀਂ, ਉਹਨੂੰ ਲਿਆ ਕੇ ਤੁਸੀਂ ਕਹੋ ਸਭ ਕੁਝ ਉਹਨੂੰ ਦੇ ਦਿਓ 12 ਕਰੋੜ ਦੇ ਸੂਬੇ ਦੇ ਉੱਤੇ। ਉਹ ਇਖਤਲਾਫ ਮੌਜੂਦ ਸਨ। ਉਹ ਚੋਈ ਸਾਹਿਬ ਨੂੰ ਜਿਸਲੇ ਉਹਨਾਂ ਨਾਲ ਇਹ ਕੰਮ ਹੋਇਆ ਤੇ ਉਹਨਾਂ ਨੇ ਜਨਾਬ ਪਾਰਟੀ ਛੱਡਣ ਦਾ, ਜਿਸਲੇ ਤੇ ਮੈਂ ਚੂੰਕਿ ਉਹਨਾਂ ਦੇ ਨਾਲ ਸਾਂ, ਮੈਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਵੇਖੀਆਂ, ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦਾ ਹੀ ਠੀਕ ਤੇ ਹੈ। ਉਹਨਾਂ ਦੇ ਨਾਲ ਹੀ ਅਸੀਂ ਫਿਰ ਕਾਫ ਲੀਗ ਵਿੱਚ ਆ ਗਏ। ਕਾਫ ਲੀਗ ਦੇ ਵਿੱਚ ਤੁਹਾਡਾ ਸ਼ਾਮਲ ਹੋਣਾ ਹੈ ਕਿਸ ਹਸੀਅਤ ਦੇ ਵਿੱਚ? ਕੋਈ ਪੋਲੀਟੀਕਲ ਮੈਂ ਅਸਲੇ ਜੀ ਪ੍ਰੈਜ਼ੀਡੈਂਟ ਹਾਂ ਲਾਹੌਰ ਦਾ। ਅੱਛਾ ਅੱਛਾ ਲਾਹੌਰ ਦਾ ਪ੍ਰੈਜ਼ੀਡੈਂਟ ਹਾਂ ਤੇ ਸਾਨੂੰ ਇਲੈਕਸ਼ਨ ਲਈ ਵੀ ਟਿਕਟ ਮਿਲੇ ਸਨ, ਹਾਂ ਹਾਂ ਲੇਕਿਨ ਚੂੰਕਿ ਤੁਸੀਂ ਇਲੈਕਸ਼ਨ ਦੀ ਜੋ ਸੂਰਤ ਹਾਲ ਸੀ, ਤੁਹਾਨੂੰ ਪਤਾ ਹੈ ਕਿ ਪਾਰਟੀ ਦੇ ਪਰਵੇਜ਼ ਅਲਾਈ ਸਾਹਿਬ ਦਾ ਅਲੱਗ ਹੋਣਾ, ਫਿਰ ਇਹ ਪਾਰਟੀ ਦਾ ਉਸਲੇ ਜੋ ਮਾਮਲਾਤ ਬਣੇ ਉਹਦੇ 'ਚ ਮਤਲਬ ਸੀਟ ਐਡਜਸਟਮੈਂਟ ਦੀ ਗੱਲ ਚੱਲ ਰਹੀ ਸੀ, ਨਾ ਹੋ ਸਕੀ। ਉਸ ਵਜ੍ਹਾ ਤੋਂ ਚੋਈ ਸਰਵਰ ਸਾਹਿਬ ਥੋੜਾ ਨਾਰਾਜ਼ ਵੀ ਹੋਏ, ਮਤਲਬ ਇਹਨਾਂ ਮਾਮਲਾਤ ਨਾਲ ਉਹ ਨਹੀਂ ਸਨ ਚਾਹੁੰਦੇ ਕਿ ਅਸੀਂ ਮਤਲਬ ਇਹਨਾਂ ਪੀਡੀਐਮ ਦਾ ਹਿੱਸਾ ਰਹੀਏ। ਲੇਕਿਨ ਚੋਈ ਸ਼ੁਜਾਤ ਸਾਹਿਬ ਨੇ ਉਸ ਵੇਲੇ ਜਿਹੜੀ ਉਹਨਾਂ ਨੇ ਆਪਣੀ ਜ਼ੁਬਾਨ ਕੀਤੀ ਹੋਈ ਸੀ ਸਾਰਿਆਂ ਨਾਲ, ਉਹਦੇ ਉੱਤੇ ਉਹ ਖੜੇ ਰਹੇ ਤੇ ਜਿੰਦੀ ਵਜ੍ਹਾ ਤੋਂ ਉਹਨਾਂ ਕੋਲ ਥੋੜਾ ਜਿਹਾ ਚੋਈ ਸਾਹਿਬ ਮਾਯੂਸੀ 'ਚ ਪਿੱਛੇ ਹੋ ਗਏ। ਤੇ ਮੈਂ ਵੀ ਇਲੈਕਸ਼ਨ ਤੇ ਨਾ ਲੜ ਸਕਿਆ, ਲੇਕਿਨ ਅਸੀਂ ਖੈਰ ਉਹ ਜਿਹੜੇ ਸਾਡੇ ਮਤਲਬ ਨਾ ਇਤਾਦੀ ਹੈ ਸਨ ਉਹਨਾਂ ਨੂੰ ਸਪੋਰਟ ਕੀਤਾ। ਤੇ ਉਸ ਤੋਂ ਬਾਅਦ ਪਾਰਟੀ ਵਾਸਤੇ ਇੱਥੇ ਹੁਣ ਮੈਂ ਐਜ਼ ਏ ਸਦਰ ਮੁਸਲਿਮ ਲੀਗ ਹਾਊਸ ਵਿੱਚ ਹੁਣ ਜਿੱਥੇ ਹੁਣ ਅਸੀਂ ਬੈਠੇ ਹਾਂ, ਇੱਥੇ ਬੈਠ ਕੇ ਕੋਈ ਜਿਹੜੀ ਮਾੜੀ ਮੋਟੀ ਖਿਦਮਤ ਅਸੀਂ ਕਰ ਪਾਉਂਦੇ ਹਾਂ ਉਹ ਲੋਕਾਂ ਦੀ ਕਰਨੇ, ਆਪਣੇ ਹਲਕੇ 'ਚ ਵੀ ਕੋਸ਼ਿਸ਼ ਕਰੀ ਦੀ ਹੈ। ਔਰ ਉਹਦੇ ਲਈ ਸਾਡੇ ਕੋਲ ਅਲਹਮਦੁਲਿਲਾ ਚੋਈ ਸ਼ਾਫੀ ਹੁਸੈਨ ਸਾਹਿਬ ਕੋ 2 ਵਜ਼ਾਰਤਾਂ ਨੇ, ਸੂਬਾਈ ਚੋਈ ਸਾਲਕ ਸਾਹਿਬ ਕੋ 2 ਵਜ਼ਾਰਤਾਂ ਨੇ, ਮਤਲਬ ਉੱਥੇ ਮਰਕਜ਼ ਵਿੱਚ, ਤੇ ਉਹ ਬੜਾ ਅੱਛਾ ਕੰਮ ਕਰ ਰਹੇ ਨੇ ਜੀ, ਆਪਣੇ ਬਾਪ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ